ਜਿਹੀ ਸ਼ਖਸੀਅਤ ਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਜੇ ਦੇਖਿਆ ਜਾਵੇ ਤਾਂ ਸੁਣਿਆ ਜਾਂਦਾ ਹੈ ਵੀ ਪੰਜਾਬ ਪੁਲਿਸ ਦੇ ਸਾਬਕਾ ਸਬ ਇੰਸਪੈਕਟਰ ਨੇ। ਪਰ ਜੋ ਇਸ ਸਮੇਂ ਸਮਾਜ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ, ਉਪਰਾਲੇ ਕਰ ਰਹੇ ਨੇ, ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਵਾਕਈ ਹੀ ਦੁਖੀਆਂ ਦਰਦਮੰਦਾਂ ਦੇ ਮਸੀਹਾ ਬਣ ਕੇ ਸਮਾਜ ਵਿੱਚ ਸਾਹਮਣੇ ਆ ਰਹੇ ਨੇ। ਮੇਰੀ ਮੁਰਾਦ ਨੇ ਸਰਦਾਰ ਧਰਮ ਸਿੰਘ ਜੀ ਭੰਗੂ ਸਾਹਿਬ। ਭੰਗੂ ਸਾਹਿਬ ਤੁਹਾਡਾ ਬਹੁਤ ਬਹੁਤ ਜੀ ਸਵਾਗਤ ਹੈ। ਜੇ ਭੰਗੂ ਸਾਹਿਬ ਦੀ ਗੱਲ ਕੀਤੀ ਜਾਵੇ, ਭੰਗੂ ਸਾਹਿਬ ਪੰਜਾਬ ਪੁਲਿਸ ਦੇ ਸਾਬਕਾ ਸਬ ਇੰਸਪੈਕਟਰ ਨੇ ਤੇ ਇਸ ਸਮੇਂ ਦੁਰਾਹਾ ਦੇ ਵਿੱਚ ਇੱਕ ਸਭਾ ਚਲਾਈ ਹੋਈ ਆ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਦੀ ਸਭਾ ਜਿਹੜੀ ਹੈਗੀ ਉਹ ਕੀ ਕੰਮ ਕਰਦੀ ਆ ਤੇ ਸਭਾ ਬਣਾਉਣ ਦਾ ਇਹਨਾਂ ਦੇ ਮਨ ਵਿੱਚ ਕਿਸ ਤਰ੍ਹਾਂ ਦਾ ਖਿਆਲ ਆਇਆ। ਭੰਗੂ ਸਾਹਿਬ, ਜਿਹੜੀ ਤੁਸੀਂ ਸਭਾ ਸਟਾਰਟ ਕੀਤੀ ਸੀਗੀ, ਇਹ ਸਭਾ ਦਾ ਨਾਮ ਕੀ ਰੱਖਿਆ ਸੀ? ਇਸ ਸਭਾ ਦਾ ਨਾਮ ਸਮਾਜ ਭਲਾਈ ਸਭਾ ਦੁਰਾਹਾ ਮੰਡੀ ਡਿਸਟ੍ਰਿਕਟ ਪੰਜਾਬ। ਅੱਛਾ, ਕਦੋਂ ਤੁਸੀਂ ਬਣਾਈ ਆ ਸਭਾ ਇਹ? 17 ਫਰਵਰੀ 2017 ਤੋਂ ਇਹ ਸਭਾ ਚੱਲ। ਅੱਛਾ ਭੰਗੂ ਸਾਹਿਬ, ਕਹਿੰਦੇ ਇੱਕ ਪੰਜਾਬ ਪੁਲਿਸ ਦੇ ਵਿੱਚ ਇੱਕ ਤੁਸੀਂ ਸਬ ਇੰਸਪੈਕਟਰ ਰਹੇ ਹੋ ਤਾਂ ਪੰਜਾਬ ਪੁਲਿਸ ਵਾਲਾ ਇਨਸਾਨ ਜਿਹੜਾ ਹੈਗਾ ਉਹਦੇ ਤੇ ਬੈਠ ਕੇ ਕਹਿੰਦੇ ਉਹਨਾਂ ਦਾ ਸੁਭਾਅ ਵੀ ਇੱਕ ਵੱਖਰਾ ਹੋ ਜਾਂਦਾ ਹੈ। ਤੁਹਾਡਾ ਜਿਹੜਾ ਇਸ ਤਰ੍ਹਾਂ ਦਾ ਸਭਾ ਬਣਾਉਣਾ ਤੇ ਲੋਕਾਂ ਦੇ ਕੰਮਾਂ ਵਿੱਚ ਵਿਚਰਨਾ, ਲੋਕਾਂ ਦੇ ਕਹਿੰਦੇ ਹੁੰਦੇ ਨੇ ਦੁਖੀ ਲੋਕ ਤੁਹਾਡੇ ਇੱਥੇ ਦਰਬਾਰ ਵਿੱਚ ਦਫ਼ਤਰ ਦੇ ਵਿੱਚ ਆਉਂਦੇ ਨੇ, ਇਹਨੂੰ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਨੇ, ਸਮੱਸਿਆ ਨੂੰ ਕੀ ਸਮਝ ਕੇ ਲੈ ਕੇ ਆਉਂਦੇ ਨੇ, ਕੀ ਸਮਝਦੇ ਹੋ? ਖੁਸ਼ਬੂ ਜਿਹੜੀ ਹੁੰਦੀ ਹੈ ਉਹ ਖਿਲਰਦੀ ਹੈ। ਗੰਦਗੀ ਆਪਦਾ ਰੰਗ ਦਿਖਾਉਂਦੀ ਹੈ, ਖੁਸ਼ਬੂ ਆਪਦਾ ਰੰਗ ਦਿਖਾਉਂਦੀ ਹੈ। ਪੰਜਾਬ ਪੁਲਿਸ ਵਿੱਚ ਰਹਿੰਦੇ ਹੁੰਦੇ ਮੈਂ ਤਕਰੀਬਨ 39 ਸਾਲ ਸਰਵਿਸ ਕੀਤੀ ਹੈ। ਹਰ ਸਬ ਇੰਸਪੈਕਟਰ ਦੇ ਅਹੁਦਿਆਂ ਤੱਕ ਮੈਂ ਬਰਾਜਮਾਨ ਰਿਹਾ। ਚੰਗੇ ਮਾੜੇ ਨਾਲ ਵਿਚਰਦੇ ਰਹੇ ਹਾਂ, ਜਨਤਾ ਨਾਲ ਵਿਵਹਾਰ ਰਿਹਾ। ਜੋ ਕੰਮ ਪੰਜਾਬ ਪੁਲਿਸ ਵਿੱਚ ਰਹਿੰਦੇ ਹੁੰਦੇ ਕੀਤੇ ਨੇ ਤੇ ਉਹ ਭਲੀ ਭਾਂਤ ਸਾਰੇ ਮੇਰੇ ਇਲਾਕੇ ਨੂੰ ਇਸ ਨੂੰ ਪਤਾ ਹੈ। ਜਿਹੜਾ ਬੰਦਾ ਇੰਚਾਰਜ ਰਹਿ ਜਾਂਦਾ ਉਹਦੀ ਚੰਗਿਆਈ ਬੁਰਾਈ ਉਸ ਦੇ ਨਾਲ ਹੀ ਜਾਂਦੀ ਹੈ। ਜੇਕਰ ਮਾੜੇ ਕਰਮ ਕੀਤੇ ਜਾਣ ਤਾਂ ਮਾੜੀ ਉਹਦੀ ਵਾਸ਼ਨਾ ਹੁੰਦੀ ਹੈ, ਚੰਗੇ ਕਰਮ ਕੀਤੇ ਜਾਣ ਤਾਂ ਖੁਸ਼ਬੂ ਛੱਡਦਾ ਹੈ। ਅੱਛਾ, ਪੰਜਾਬ ਪੁਲਿਸ ਦੇ ਵਿੱਚ ਰਹਿੰਦੇ ਆ, ਤੁਹਾਡੇ ਮਨ ਦੇ ਵਿੱਚ ਪਹਿਲੇ ਪੁਰਨਾ ਆ ਚੁੱਕਿਆ ਸੀ ਮੈਂ ਜੌਬ ਤੋਂ ਬਾਅਦ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਕੰਮ ਕਰਨੇ ਨੇ ਜਿਹਦੇ ਕਰਕੇ ਮੈਂ ਆਪਣੀ ਇਲਾਕੇ ਵਿੱਚ ਇੱਕ ਵਿਲੱਖਣ ਪਹਿਚਾਣ ਬਣਾ ਸਕਾਂ? ਮੈਂ ਬਤੌਰ ਆਪਦੀ ਤੈਨਾਤੀ ਦੌਰਾਨ ਹੱਦ ਤੋਂ ਵੱਧ ਫੈਸਲੇ ਕਰਵਾ ਸਕਦਾ ਸੀ ਤੇ ਕਰਵਾਏ ਨੇ। ਮੇਰੇ ਫੈਸਲੇ ਕਰਵਾਉਣ ਦਾ ਨਜ਼ਰੀਆ ਕੁਝ ਵੱਖਰਾ ਸੀ। ਮੇਰਾ ਖਿਆਲ ਹੈ ਕਿ ਮੇਰੇ ਨਾਲ ਦੇ ਮੇਰੇ ਮੁਲਾਜ਼ਮ ਵੀ ਹੈਰਾਨ ਹੋ ਜਾਂਦੇ ਸੀ ਜੋ 10 ਮਿੰਟਾਂ 'ਚ ਫੈਸਲਾ ਹੋ ਜਾਂਦਾ ਸੀ। ਉਹ ਫੈਸਲਾ ਦੁਬਾਰਾ ਕਦੇ ਮੇਰੇ ਚੌਕੀ ਥਾਣੇ ਨਹੀਂ ਸੀ ਆਇਆ। ਹਰ ਇੱਕ ਬੰਦਾ ਉਹ ਤੋਂ ਖੁਸ਼ੀ ਨਾਲ ਜਾਂਦਾ ਸੀ। ਦੋਨੇ ਤਰ੍ਹਾਂ ਮੇਰਾ ਖੁਸ਼ ਹੋ ਕੇ ਰਹਿੰਦੇ ਸੀ, ਖੁਸ਼ ਹੋ ਕੇ ਜਾਂਦੇ ਸੀ, ਕਿਉਂਕਿ ਹਰ ਇੱਕ ਪੁਲਿਸ ਅਫਸਰ ਦਾ ਕੰਮ ਕਰਨ ਦਾ ਤਰੀਕਾ ਵੱਖੋ ਵੱਖਰਾ ਹੈ। ਉਹਦੀ ਕਾਬਲੀਅਤ ਹੈ। ਜੇ ਅਸੀਂ ਜਨਤਾ ਦੀ ਸੈਟੀਸਫਾਈ ਨਹੀਂ ਕਰਵਾ ਸਕਦੇ ਤਾਂ ਉਹ ਪੁਲਿਸ ਅਫਸਰ ਨੂੰ ਮੈਂ ਕਾਮਯਾਬ ਨਹੀਂ ਮੰਨਦਾ। ਸਭ ਤੋਂ ਪਹਿਲਾਂ ਪੁਲਿਸ ਅਫਸਰ ਦਾ ਫਰਜ਼ ਹੈ ਵੀ ਉਹ ਕੰਮ ਸਿੱਖੇ। ਕੰਮ ਆਉਣਾ ਉਸ ਦੇ ਲਈ ਬਹੁਤ ਜ਼ਰੂਰੀ ਹੈ। ਜੇਕਰ ਕੰਮ ਨਹੀਂ ਆਉਂਦਾ ਸਾਨੂੰ ਜਨਤਾ ਦਬਾ ਕੇ ਰੱਖਦੀ ਹੈ। ਜੇ ਸਾਨੂੰ ਕੰਮ ਆਉਂਦਾ ਹੈ ਤਾਂ ਅਸੀਂ ਆਪਣੇ ਕੰਮ ਤੇ ਹਾਵੀ ਹੋ ਕੇ ਆਪਣਾ ਕੰਮ ਸਹੀ ਢੰਗ ਤਰੀਕੇ ਨਾਲ ਕਰ ਸਕਦੇ ਹਾਂ, ਜਿਹਦੇ ਨਾਲ ਸਾਡੇ ਅਫਸਰ ਸਾਹਿਬ ਸੀਨੀਅਰ ਅਫਸਰ ਸਾਹਿਬਾਨਾਂ ਦੀ ਵੀ ਨੂੰ ਵੀ ਸੋਭਾ ਮਿਲਦੀ ਹੈ ਕਿ ਸਾਡਾ ਵਰਕਰ ਹੈ, ਸਾਡਾ ਮੁਲਾਜ਼ਮ ਜਿਹੜਾ ਉਹ ਸਹੀ ਢੰਗ ਤਰੀਕੇ ਨਾਲ ਆਪਣੇ ਇਲਾਕੇ ਵਿੱਚ ਵਿਚਰ ਰਿਹਾ ਹੈ। ਸਭ ਜੇ ਗੱਲ ਕਰਦੇ ਆ, ਇੱਕ ਪੰਜਾਬ ਪੁਲਿਸ ਦੇ ਅਹੁਦੇ ਤੇ ਰਹੇ ਹੋ, ਇੱਕ ਪੰਜਾਬ ਪੁਲਿਸ ਦੇ ਵਿੱਚ ਅਕਸਰ ਰਿਸ਼ਵਤਖੋਰੀ ਦੇ ਇੱਕ ਇਲਜ਼ਾਮ ਲੱਗਦੇ ਰਹਿੰਦੇ ਨੇ, ਤੁਹਾਨੂੰ ਕੀ ਲੱਗਦਾ ਜੀ ਕਿ ਇਸ ਤਰ੍ਹਾਂ ਦਾ ਕਿੰਨਾ ਕੁ ਸੱਚ ਹੈ ਇਹ ਚੀਜ਼ ਦੇ ਵਿੱਚ? ਜਿਹੜੀ ਪੁਲਿਸ ਹੈ ਰਿਸ਼ਵਤ ਆਪ ਘੱਟ ਲੈਂਦੀ ਹੈ। ਦੇਣ ਵਾਲੇ ਪਹਿਲਾਂ ਐਡਵਾਂਸ ਚੱਲਦੇ ਨੇ। ਆਪਣੇ ਕੰਮ ਕਰਾਉਣ ਦੀ ਨੀਅਤ ਉਹਨਾਂ ਨੂੰ ਤਸੱਲੀ ਨਹੀਂ ਹੁੰਦੀ ਜਿੰਨਾ ਚਿਰ ਉਹ ਪੁਲਿਸ ਅਫਸਰ ਨੂੰ ਰਿਸ਼ਵਤ ਨਹੀਂ ਦੇ ਦਿੰਦੇ। ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ।
ਬਾਕੀ ਪੁਲਿਸ ਦੇ ਖਰਚੇ ਬਹੁਤ ਵੱਧ ਨੇ, ਪੁਲਿਸ ਤੇ ਮਾਰਾਂ ਬਹੁਤ ਪੈਂਦੀਆਂ ਨੇ। ਕਈ ਕੰਮ ਪੁਲਿਸ ਨੂੰ ਆਪ ਖੁਦ ਕਰਨੇ ਪੈਂਦੇ ਨੇ, ਜਿੱਥੇ ਪੁਲਿਸ ਦਾ ਆਪ ਖੁਦ ਖਰਚ ਹੁੰਦਾ ਹੈ। ਇੰਨੀ ਤਨਖਾਹ ਨਹੀਂ ਹੁੰਦੀ ਜਿੰਨੇ ਖਰਚ ਹੋ ਜਾਂਦੇ ਨੇ। ਜਿਨ੍ਹਾਂ ਨੂੰ ਤੁਸ਼ਾਂ ਲੈਣੀਆਂ ਪੈਂਦੀਆਂ ਨੇ, ਉਹ ਤੁਸ਼ਾਂ ਨਾਲ ਹੀ ਗੁਜ਼ਾਰਾ ਆਪਦਾ ਚਲਾਉਂਦੇ ਨੇ, ਤਾਂ ਹੀ ਉਹ ਜਨਤਾ 'ਚ ਵਿਚਰਦੇ ਨੇ। ਠੀਕ ਹੈ ਡਾਕਟਰ ਸਾਹਿਬ, ਹੋਰ ਗੱਲ ਕਰਾਂਗੇ ਜਿਸ ਤਰ੍ਹਾਂ ਦਾ ਕਹਿੰਦੇ ਜਦੋਂ ਕੋਈ ਆਫੀਸਰ ਹੈ, ਪੁਲਿਸ ਦਾ ਬੜਾ ਅਫਸਰ ਆ ਕੁਰਸੀ ਤੇ ਬੈਠਾ ਤੇ ਉਹਨੂੰ ਕਈ ਵਾਰ ਇਸ ਤਰ੍ਹਾਂ ਦੇ ਫੈਸਲੇ ਵੀ ਕਰਨੇ ਪੈਂਦੇ ਨੇ ਕਿ ਉਹ ਕਹਿੰਦੇ ਨੇ ਉੱਪਰ ਪ੍ਰੈਸ਼ਰ ਇੰਨਾ ਪੈ ਗਿਆ ਸੀਗਾ। ਤੁਹਾਡੇ ਜ਼ਿੰਦਗੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਤੁਹਾਡੇ ਤੇ ਕੋਈ ਪ੍ਰੈਸ਼ਰ ਪਿਆ ਹੋਵੇ, ਕੋਈ ਸਾਂਝਾ ਕਰਨਾ ਚਾਹੁੰਦੇ ਹੋ, ਜਾਂ ਪੋਲੀਟੀਕਲ ਹੋਵੇ ਜਾਂ ਕਿਸੇ ਅਫਸਰ ਸਾਈਡ ਹੋਵੇ? ਪ੍ਰੈਸ਼ਰ ਪੈਂਦੇ ਨੇ। ਮੈਂ ਚੌਕੀਦਾਰੀ ਸ਼ੁਰੂ ਸੀ, ਮੇਰੀ ਜ਼ਬਰਦਸਤੀ ਬਦਲੀ ਕਰਵਾਈ ਗਈ। ਮੈਨੂੰ ਤਕਰੀਬਨ ਉੱਥੇ ਲੱਗਿਆ ਸਾਲ ਸਵਾ ਸਾਲ ਹੋ ਚੁੱਕਿਆ ਸੀ। ਉੱਥੇ ਜ਼ਬਰਦਸਤੀ ਮੇਰੀ ਬਦਲੀ ਕਰਵਾਈ ਗਈ। ਉਹ ਐਮਐਲਏ ਸਾਹਿਬ ਅੱਜ ਇਸ ਦੁਨੀਆ ਤੇ ਨਹੀਂ ਹੈਗੇ, ਪਰ ਰਾਤੋਂ ਰਾਤ ਮੈਨੂੰ ਜਨਤਾ ਮੋੜ ਕੇ ਲੈ ਕੇ ਵਾਪਸ ਆਈ ਸੀ। ਪਰੰਤੂ ਉਸ ਸਮੇਂ ਦੇ ਐਸਐਸਪੀ ਸਾਹਿਬ ਨੇ ਮੈਨੂੰ ਫਿਰ ਹੀ ਚੌਕੀ ਇੰਚਾਰਜ ਲਾਇਆ ਸੀ। ਦਿੱਤੀ ਮੈਨੂੰ ਚੌਕੀ ਸੀ, ਪਰ ਇੱਕ ਰਾਤ ਮੈਂ ਉੱਥੇ ਚੌਕੀ 'ਚ ਹਾਜ਼ਰੀ ਪਾਈ। ਸਵੇਰ ਮੈਂ ਵਾਪਸ ਫੇਰ ਸ਼ੁਰੂ ਹੀ ਮੈਂ ਪਹੁੰਚ ਗਿਆ ਸੀ। ਮਤਲਬ ਤੁਸੀਂ ਮੰਨਦੇ ਹੋ ਵੀ ਕਈ ਵਾਰ ਜਾਂ ਪੋਲੀਟੀਕਲ ਦਾ ਪ੍ਰੈਸ਼ਰ ਪੈ ਗਿਆ ਜਾਂ ਅਫਸਰਸ਼ਾਹੀ ਦਾ ਪ੍ਰੈਸ਼ਰ ਜਿਹੜਾ ਮੁਲਾਜ਼ਮਾਂ ਤੇ ਅਕਸਰ ਪਿਆ ਰਹਿੰਦਾ? ਦੇਖੋ, ਜਿਹੜਾ ਅੱਜ ਕੱਲ੍ਹ ਸਮਾਂ ਚੱਲਦਾ ਹੈ, ਪੁਲਿਸ ਦਬਾਅ ਥੱਲੇ ਕੰਮ ਕਰਦੀ ਹੈ, ਆਪਣੀ ਮਰਜ਼ੀ ਨਾਲ ਕੰਮ ਨਹੀਂ ਕਰ ਸਕਦੀ। ਇਹਨਾਂ ਨੂੰ ਕਈ ਜਿਵੇਂ ਹਲਕਾ ਐਮਐਲਏ ਨੇ, ਸੀਨੀਅਰ ਆਗੂ ਨੇ, ਇਹਨਾਂ ਨਾਲ ਰਾਬਤੇ ਕਾਇਮ ਕਰਨੇ ਪੈਂਦੇ, ਆਪਣੀ ਸੀਟ ਨੂੰ ਕਾਮਯਾਬ ਕਰਨਾ। ਕਈ ਪੁਲਿਸ ਅਫਸਰ ਧੜੱਲੇਦਾਰ ਨੇ ਜੋ ਰੱਬ ਨੂੰ ਮੰਨਦੇ ਨੇ, ਰੱਬ ਨੂੰ ਮੰਨ ਕੇ ਕੰਮ ਕਰਦੇ ਨੇ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਪਰ ਸਮਾਂ ਇਹ ਜਿਹਾ ਆ ਚੁੱਕਿਆ ਹੈ ਵੀ ਦਬਾਅ ਥੱਲੇ ਹੀ ਨੌਕਰੀ ਹੁੰਦੀ ਹੈ। ਪੁਲਿਸ ਅਫਸਰ ਸਹੀ ਕੰਮ ਕਰਨਾ ਚਾਹੁੰਦਾ ਹੈ, ਉਹਨੂੰ ਸਹੀ ਕੰਮ ਕਰਨ ਨਹੀਂ ਦਿੱਤਾ ਜਾਂਦਾ। ਮਤਲਬ ਤੁਸੀਂ ਮੰਨਦੇ ਹੋ ਵੀ ਜਿਹੜਾ ਪੁਲਿਸ ਦੇ ਉੱਤੇ ਪ੍ਰੈਸ਼ਰ ਜਿਹੜਾ ਹੈਗਾ, ਪ੍ਰੈਸ਼ਰ ਚਾਹੇ ਪੋਲੀਟੀਕਲ ਹੋਵੇ ਜਾਂ ਉੱਪਰ ਅਫਸਰਸ਼ਾਹੀ ਦਾ ਪ੍ਰੈਸ਼ਰ ਜਿਹੜਾ ਅਕਸਰ ਬਣਿਆ ਰਹਿੰਦਾ, ਵੀ ਇਹਨੂੰ ਅੱਖਾਂ ਤੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਅਫਸਰ ਕਿਸੇ ਦੇ ਦਬਾਅ ਥੱਲੇ ਆ ਕੇ ਆਪਦੇ ਮੁਤਹਿਦ ਨੂੰ ਕੁਛ ਨਾ ਕੁਛ ਕਹਿੰਦੇ ਨੇ, ਜਿਹਦੇ ਕਾਰਨ ਕਰਕੇ ਉਹਨੂੰ ਆਪਦੇ ਸੀਨੀਅਰ ਅਫਸਰਾਂ ਦਾ ਕਹਿਣਾ ਮੰਨਣਾ ਪੈਂਦਾ ਹੈ। ਅੱਛਾ ਡਾਕਟਰ ਸਾਹਿਬ, ਤੁਸੀਂ ਜੋ ਇਸ ਸਮੇਂ ਦੁਰਾਹਾ ਸਮਾਜ ਭਲਾਈ ਸਭਾ ਦੁਰਾਹਾ ਦੇ ਵਿੱਚ ਬਣਾਈ ਗਈ ਆ, ਆਫਿਸ ਬਣਾਇਆ ਹੋਇਆ, ਤੇ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਲੋਕ ਆਉਂਦੇ ਨੇ, ਇੱਕ ਉਮੀਦ ਲੈ ਕੇ ਆਉਂਦੇ ਨੇ? ਸਾਡੇ ਕੋਲੇ ਹਰ ਵਰਗ ਦੇ ਲੋਕ ਆਉਂਦੇ ਨੇ, ਖਾਸ ਕਰਕੇ ਦੁਖੀ ਧੀਆਂ, ਜਿਹੜੀਆਂ ਸ਼ਾਦੀशुदा ਨੇ, ਕਈਆਂ ਦੇ ਦੋ ਬੱਚੇ ਵੀ ਨੇ। ਉਹ ਕਚਹਿਰੀਆਂ 'ਚ, ਮਾਣਯੋਗ ਅਦਾਲਤਾਂ ਦੇ ਵਿੱਚ, ਚੌਕੀ ਥਾਣਿਆਂ ਵਿੱਚ ਵੀ ਫਿਰ ਕੇ ਥੱਕ ਚੁੱਕੀਆਂ ਨੇ, ਜਿਹੜੇ ਸਾਡੇ ਕੋਲ ਆਉਂਦੇ ਨੇ। ਅਸੀਂ ਅਫਸਰ ਸਾਹਿਬਾਨਾਂ ਨੂੰ ਰਿਕਵੈਸਟ ਕਰਕੇ ਸੱਚ ਸਾਹਮਣੇ ਲਿਆ ਕੇ ਉਹਨਾਂ ਦੇ ਫੈਸਲੇ ਕਰਵਾਏ ਨੇ। ਬਹੁਤ ਧੀਆਂ ਨੂੰ ਔਰ ਕਾਰਡ ਆ ਸਾਡੇ ਕੋਲੇ, ਜਿੰਨੀਆਂ ਧੀਆਂ ਨੂੰ ਅਸੀਂ ਤੋੜ ਚੁੱਕੇ ਆ, ਉਹਨਾਂ ਦੇ ਘਰਾਂ 'ਚ ਵੱਸਦੀਆਂ ਨੇ ਅੱਜ ਉਹ। ਅਸੀਂ ਉਹਦੀ ਮਿਸਾਲ ਹੈ ਜਿਹੜੀ ਸਾਹਮਣੇ ਲਿਆ ਸਕਦੇ ਹਾਂ, ਲਿਖਤੀ ਰੂਪ ਵਿੱਚ ਦੇ ਸਕਦੇ ਹਾਂ। ਕਿੰਨੇ ਫੈਸਲੇ ਅਸੀਂ ਇੱਥੇ ਸਭਾ ਦੇ ਵਿੱਚ ਤੇ ਜਾਂ ਅਫਸਰ ਸਾਹਿਬਾਨਾਂ ਕੋਲ ਬੈਠ ਕੇ ਕਰਾ ਚੁੱਕੇ ਹਾਂ। ਲੋਕਾਂ ਨੂੰ ਉਮੀਦ ਵੱਧ ਚੁੱਕੀ ਹੈ ਕਿ ਜਦੋਂ ਅਸੀਂ ਸਭਾ ਕੋਲ ਜਾਵਾਂਗੇ ਤਾਂ ਉੱਥੇ ਸਾਡਾ ਕੰਮ ਜ਼ਰੂਰ ਹੋਊਗਾ। ਆਸ ਤੱਕ ਕਿਉਂ ਨੇ? ਕਿਉਂਕਿ ਇਸ ਸਭਾ ਦੇ ਵਿੱਚ ਸੀਨੀਅਰ ਸਿਟੀਜ਼ਨ, ਪੜ੍ਹੇ ਲਿਖੇ, ਸਰਕਾਰੀ ਉੱਚ ਅਹੁਦਿਆਂ ਤੋਂ ਪੈਨਸ਼ਨਰ ਇਸ ਸਭਾ ਦੇ ਵਿੱਚ ਨੇ, ਜੋ ਦਿਲੋਂ ਤਨ ਮਨ ਨਾਲ ਧਨ ਨਾਲ ਇਸ ਸਭਾ ਦੀ ਵਿੱਚ ਰਹਿ ਕੇ ਲੋਕਾਂ ਦੇ ਭਲੇ ਲਈ ਅੱਗੇ ਹੋ ਕੇ ਕੰਮ ਕਰਦੇ। ਅੱਛਾ, ਤੁਸੀਂ ਧੀਆਂ ਦੀ ਗੱਲ ਕਰੀ ਆ ਵੀ ਜੋ ਲੜਕੀਆਂ ਦੁਖੀ ਹੁੰਦੀਆਂ ਨੇ, ਤੇ ਦੁਖੀ ਜਦੋਂ ਤੁਸੀਂ ਫੈਸਲਾ ਕਰਾਉਣ ਜਾਂਦੇ ਹੋ, ਉਸ ਦੇ ਵਿੱਚ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਕਲੇਸ਼ ਹੋਣ ਦੇ ਵਿੱਚ ਜਾਂ ਟੁੱਟਣ ਦੇ ਵਿੱਚ ਕਿਹੜੀਆਂ ਚੀਜ਼ਾਂ ਤੁਹਾਨੂੰ ਸਾਹਮਣੇ ਆਉਂਦੀਆਂ ਨੇ? ਅਸੀਂ ਘਰਾਂ ਦੇ ਵਿੱਚ ਨਹੀਂ ਜਾਂਦੇ, ਸਿਰਫ ਉਹਨਾਂ ਘਰਾਂ ਵਿੱਚ ਜਾਂਦੇ ਆ ਜਿਨ੍ਹਾਂ ਦੇ ਘਰਾਂ ਵਿੱਚ ਗੁਜ਼ਾਰਾ ਨਹੀਂ ਚੱਲਦਾ। ਅਸੀਂ ਰਾਸ਼ਨ ਦਾਨ ਵੀ ਕਰਦੇ ਆ, ਪਰਮਾਤਮਾ ਕਰਵਾਉਂਦਾ ਤਾਂ ਅਸੀਂ ਕਰਦੇ ਆ। ਉਹ ਸਾਡੀ ਸਭਾ ਦੇ ਆਪ ਇੱਕ
ਇੱਕ ਮੰਥਲੀ ਮੀਟਿੰਗ ਹੁੰਦੀ ਆ, ਉਹਦੇ ਵਿੱਚ ਅਸੀਂ ਕਲੈਕਸ਼ਨ ਕਰਦੇ ਹਾਂ, ਕਲੈਕਸ਼ਨ ਕਰਕੇ ਹੀ ਦਾਨ ਕਰਦੇ ਹਾਂ। ਤੁਹਾਡੇ ਕਹਿਣ ਤੋਂ ਵੱਖਰਾ ਮੈਂ ਦੱਸਣਾ ਚਾਹੁੰਦਾ, ਹੱਦ ਤੋਂ ਵੱਧ ਜਿਹੜੇ ਇਹ ਸਭਾ ਕਰ ਨਹੀਂ ਸਕਦੀ ਉਹ ਕੰਮ ਇਹ ਸਭਾ ਕਰ ਚੁੱਕੀ ਆ। ਹੱਦ ਤੋਂ ਵੱਧ ਧੀਆਂ ਦੇ ਸ਼ਾਦੀ ਵਿੱਚ ਰਾਸ਼ਨ ਦੀ ਸੇਵਾ ਜਾਂ ਦਾਜ ਦਹੇਜ ਦੀ ਸੇਵਾ ਜਿੰਨੀ ਹੋ ਸਕਦੀ ਹੈ ਅਸੀਂ ਕੀਤੀ ਆ, ਕਰਦੇ ਆ। ਪਰ ਇਸ ਸਭਾ ਨੂੰ ਸਾਈਡ ਤੋਂ ਕੋਈ ਇਨਕਮ ਨਹੀਂ ਹੈਗੀ, ਨਾ ਸਾਨੂੰ ਦੇਸ਼ ਵਿਦੇਸ਼ ਤੋਂ ਕੋਈ ਪੈਸਾ ਆਉਂਦਾ, ਨਾ ਸਾਨੂੰ ਕੋਈ ਹੋਰ ਪੈਸਾ ਦਿੰਦਾ। ਅਸੀਂ ਆਪਦੇ ਕੋਲੋਂ ਹੀ ਪੈਸੇ ਇਕੱਠੇ ਕਰਕੇ ਦਾਨ ਕਰਦੇ। ਜਿਵੇਂ ਤੁਸੀਂ ਕਿਹਾ ਵੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਬਾਹਰੋਂ ਸੇਵਾ ਨਹੀਂ ਮਿਲ ਰਹੀ ਜਾਂ ਕੋਈ ਇਹੋ ਜਿਹਾ ਕੋਈ ਰਾਸ਼ੀ ਨਹੀਂ ਮਿਲ ਰਹੀ, ਸਰ ਜਿਵੇਂ ਆਪਾਂ ਕਹਿੰਦੇ ਵੀ ਕੋਈ ਵੀ ਲੋਕ ਆ ਇੱਕ ਸੰਸਥਾ ਬਣਾ ਲੈਂਦੇ ਨੇ, ਇੱਕ ਸਭਾ ਬਣਾ ਲੈਂਦੇ ਨੇ, ਇਹ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ, ਉਹਨਾਂ ਦੀ ਘਾਸ ਹੁੰਦੀ ਹੈ ਵੀ ਸਾਨੂੰ ਬਾਹਰਲੇ ਲੋਕਾਂ ਸਾਨੂੰ ਜਿਹੜਾ ਹੈਗਾ ਡੋਨੇਟ ਕਰਨ, ਸਾਨੂੰ ਪੈਸਾ ਦੇਣ। ਕਿ ਤਾਂ ਇਸ ਤਰ੍ਹਾਂ ਦਾ ਕੀ ਤੁਹਾਨੂੰ ਵੀ ਲੱਗਦਾ ਤੁਹਾਨੂੰ ਕਦੇ ਕੋਈ ਇਸ ਤਰ੍ਹਾਂ ਦਾ ਪੈਸਾ ਕਿਤੋਂ ਆਇਆ ਹੋਵੇ? ਨਹੀਂ, ਸਾਨੂੰ ਅੱਜ ਤੱਕ ਕੋਈ ਪੈਸਾ ਕਿਸੇ ਦਾ ਨਹੀਂ ਆਇਆ। ਜੇ ਸਾਨੂੰ ਕਿਸੇ ਨੇ 10 ਰੁਪਏ ਦਾਨ ਕੀਤੇ ਆ ਤਾਂ ਉਹਦੀ ਰਸੀਦ ਕੱਟ ਕੇ ਔਨ ਰਿਕਾਰਡ ਆ ਸਾਡੇ ਕੋਲ, ਉਹਦੀ ਰਸੀਦ ਕੱਟ ਕੇ ਅਸੀਂ ਉਸ ਨੂੰ ਦਿੰਨੇ ਆ। ਜਦੋਂ ਦਿਲ ਕਰਦਾ ਸਾਨੂੰ ਚੈੱਕ ਕਰ ਸਕਦਾ ਚੱਲ ਜਾ। ਜਿਵੇਂ ਕਿ 2019 ਦੇ ਵਿੱਚ 551 ਨਵਜੰਮੀਆਂ ਬੱਚੀਆਂ, 551 ਉਹਨਾਂ ਦੀ ਮਾਤਾ ਤੇ 551 ਪਿਤਾ ਨੂੰ ਅਸੀਂ ਸਨਮਾਨਿਤ ਕਰ ਚੁੱਕੇ ਹਾਂ, ਜਿਹਦੇ ਵਿੱਚ ਸਾਡੇ ਸ਼ਿਰਕਤ ਕੀਤੀ ਸੀ ਉੱਥੇ ਡਾਕਟਰ SP ਸਿੰਘ ਔਰਾਏ, ਸਰ ਸ਼ਮਸ਼ੇਰ ਸਿੰਘ ਗੁੱਡੂ, ਸਰ ਜੱਸਾ ਸਿੰਘ। ਇਹ ਟੀਮ ਸਾਡੇ ਕੋਲ ਇੱਥੇ ਆਈ ਸੀ ਜੋ ਮੁੱਖ ਮਹਿਮਾਨ ਦੇ ਤੌਰ ਤੇ ਇਹਨਾਂ ਨੇ ਸੇਵਾ ਪਾਈ ਸੀ। ਸਾਨੂੰ ਇਹਨਾਂ ਨੇ ਉਸ ਵਕਤ ਸਾਡੇ ਸਿਰ ਤੇ ਹੱਥ ਵੀ ਰੱਖਿਆ ਸੀ ਤੇ ਬੱਚਿਆਂ ਲਈ ਦਾਨ ਵੀ ਦਿੱਤਾ ਸੀ। ਇਸ ਤੋਂ ਇਲਾਵਾ ਸਾਨੂੰ ਕਦੇ ਕਿਸੇ ਨੇ 10 ਪੈਸੇ ਵੀ ਨਹੀਂ ਦਿੱਤੇ। ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਤੁਸੀਂ ਕਿਹਾ ਵੀ ਅਸੀਂ ਬੇਟੀਆਂ ਦੇ ਜੋ ਹੁੰਦੇ ਨੇ ਲੋਹੜੀਆਂ ਦਾ, ਕਿਉਂਕਿ ਪੰਜਾਬ ਦੇ ਵਿੱਚ ਜੇ ਗੱਲ ਕਰਦੇ ਹਾਂ ਪੂਰੇ ਦੇਸ਼ ਦੀ ਉਹ ਗੱਲ ਕਰਾਂਗੇ, ਕਿਉਂਕਿ ਇੱਥੇ ਜਾ ਕੇ ਹੈਗੇ ਨੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਕਿ ਬੇਟੀ ਬਚਾਓ ਬੇਟੀ ਪੜਾਓ। ਕੋਈ ਦਾਅਵੇ ਤਾਂ ਸਰਕਾਰਾਂ ਦੇ ਹੈਗੇ ਨੇ, ਪਰ ਉਹ ਕਿੰਨੇ ਕੁ ਅੱਗੇ ਸਾਹਮਣੇ ਆਉਂਦੇ ਨੇ? ਕਿਉਂਕਿ ਜੇ ਇੱਕ ਬੇਟੀ ਦੇ ਜਨਮ ਦਿਨ ਦੇ ਉੱਤੇ ਜੇ ਆਪਾਂ ਲੋਹੜੀ ਮੰਨ ਕੇ ਆਪਾਂ ਉਸ ਮਾਤਾ ਨੂੰ ਸਨਮਾਨਿਤ ਕਰ ਦਿੰਦੇ ਆ ਕਿ ਤਾਂ ਜੋ ਬੇਟੀ ਜੰਮੀ ਆ, ਇਹ ਤੇਰੀ ਤੇ ਤੇਰੇ ਪਰਿਵਾਰ ਦੀ ਨੇ, ਪੂਰੇ ਸਮਾਜ ਦੀ ਰੱਖਿਆ ਕਰੇਗੀ, ਪੂਰੇ ਸਮਾਜ ਦਾ ਪਾਲਣ ਕਰੇਗੀ। ਪਰ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਇੱਕ ਜੋ ਕਰਦੀਆਂ ਨੇ, ਕੀ ਤੁਹਾਨੂੰ ਲੱਗਦਾ ਵੀ ਸਰਕਾਰਾਂ ਦੇ ਜਿਹੜੇ ਇਹ ਚੀਜ਼ਾਂ ਦੇ ਡਰਾਮੇਬਾਜ਼ੀ ਖੋਖਲੇ ਸਾਬਤ ਹੁੰਦੇ ਆ ਰਹੇ ਨੇ? ਦੇਖੋ, ਕਹਿਣੀ ਤੇ ਕਰਨ 'ਚ ਫਰਕ ਹੈ। ਮੈਂ ਤਾਂ ਗੱਲ ਕਹੂੰਗਾ ਵੀ ਇੱਥੇ ਕਿਸੇ ਨੇ ਨਹੀਂ ਰਹਿਣਾ, ਨਾ ਕੋਈ ਰਿਹਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿਹੜਾ ਅੱਜ ਕੱਲ੍ਹ ਪਹਿਲਾਂ ਵੀ ਕਿਤਾਬਾਂ ਦੇ ਵਿੱਚ ਛਪਿਆ। ਅੱਜ ਕੱਲ੍ਹ ਜਦੋਂ ਵੀ ਰਾਜ ਚੱਲਦਾ, ਕੋਈ ਗੱਲ ਚੱਲਦੀ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਪਹਿਲਾਂ ਆਉਂਦਾ। ਮੇਰੇ ਤੇ ਲਾ ਲਓ, ਜੇ ਮੈਂ ਚੰਗਾ ਕਰਮ ਕਰੂੰਗਾ ਤਾਂ ਚੰਗਾ ਵੱਢੂੰਗਾ, ਮਾੜਾ ਕਰਮ ਕਰੂੰਗਾ ਤਾਂ ਮਾੜਾ ਹੀ ਵੱਢੂੰਗਾ। ਜੇਕਰ ਚੰਗੇ ਕਰਮ ਕੀਤੇ ਜਾਣ, ਜਿੰਨੀ ਕੁ ਮਾਲਕ ਨੇ ਤੁਹਾਨੂੰ ਤਾਕਤ ਬਖਸ਼ਿਸ਼ ਕੀਤੀ ਹੈ ਤਾਂ ਚੰਗੀ ਗੱਲ ਹੈ। ਜੋ ਬੰਦਾ ਕਹਿੰਦਾ ਉਹਨੂੰ ਸਿਰੇ ਚਾੜਨਾ ਚਾਹੀਦਾ। ਅੱਛਾ ਪ੍ਰਭੂ ਸਾਹਿਬ, ਤੁਹਾਡੀ ਜਿਹੜੀ ਸਭਾ ਬਣੀ ਹੋਈ ਹੈ, ਸਭਾ ਦੇ ਕਿੰਨੇ ਮੈਂਬਰ ਨੇ? ਇਹ ਸਾਡੀ ਸਭਾ ਦੇ ਵਿੱਚ ਮੈਂਬਰ ਨੇ ਜਿਹੜੇ ਆਉਂਦੇ ਤੇ ਜਾਂਦੇ ਰਹਿੰਦੇ ਨੇ। ਤਕਰੀਬਨ 100 ਤੋਂ ਉੱਪਰ ਸਾਡਾ ਮੈਂਬਰ ਹੈ। ਨਵੇਂ ਮੈਂਬਰ ਬਣਦੇ ਰਹਿੰਦੇ ਨੇ ਕਿ ਚਲੇ ਵੀ ਜਾਂਦੇ ਨੇ। ਜਿਹੜਾ ਜਾਂਦਾ ਸੀ ਉਹਦਾ ਵੀ ਸਤਿਕਾਰ ਕਰਦੇ ਆ, ਜਿਹੜਾ ਆਉਂਦਾ ਉਹਦਾ ਵੀ ਸਤਿਕਾਰ ਕਰਦੇ ਆ। ਇਸ ਸਭਾ ਦੇ ਵਿੱਚ ਬਹੁਤੇ ਮੈਂਬਰਾਂ ਦੀ ਵੀ ਲੋੜ ਨਹੀਂ ਪੈਂਦੀ। ਅੱਛਾ, ਜੇ ਗੱਲ ਕਰਦੇ ਕਈ ਵਾਰ ਇਸ ਤਰ੍ਹਾਂ ਦਾ ਹੁੰਦਾ, ਲੋਕ ਬੈਠੇ ਨੇ, ਅਗਲਾ ਕਹਿੰਦਾ ਚੱਲ ਜਰਾ ਰਿਟਾਇਰਮੈਂਟ ਹੋ ਚੁੱਕੀ ਆ, ਜਾਂ ਕੁਝ ਇਸ ਤਰ੍ਹਾਂ ਦੇ ਵੀ ਸ਼ਖਸੀਅਤਾਂ ਹੈਗੀਆਂ ਨੇ ਜਿਹੜੀਆਂ ਸੋਚਦੀਆਂ ਨੇ ਵੀ ਅਸੀਂ ਜਾ ਕੇ ਵੀ ਕਿਸੇ ਇਹੋ ਜਿਹੀ ਸਭਾ ਨੂੰ ਚੁਣ ਲਿਆ ਜਾਵੇ, ਜਾਂ ਅਸੀਂ ਉਸ ਨੂੰ ਡੋਨੇਸ਼ਨ ਦਿੱਤੀ ਜਾਵੇ, ਜਾਂ ਉਸ ਦੇ ਵਿੱਚ ਇੱਕ ਬਤੌਰ ਮੈਂਬਰ ਉਸ ਦੇ ਵਿੱਚ ਅਹੁਦਾ ਲਿਆ ਜਾਵੇ। ਤੇ ਤੁਹਾਡੀ ਸਭਾ ਦਾ ਕੋਈ ਵੀ ਜੇ ਮੈਂਬਰ ਬਣਨਾ ਚਾਹੁੰਦਾ ਤੇ ਉਹਨੂੰ ਇਸ ਤਰ੍ਹਾਂ ਦਾ ਕਿੱਥੇ ਸੰਪਰਕ ਕਰਨਾ ਚਾਹੀਦਾ? ਉਸ ਨੂੰ ਸੰਪਰਕ ਸਾਡੀ ਸਭਾ ਦੇ ਵਿੱਚ ਜਦੋਂ ਅਸੀਂ ਅੱਜ ਤੱਕ ਮੈਸੇਜ ਪਾਉਂਦੇ ਆ, ਅਖਬਾਰਾਂ 'ਚ ਖਬਰਾਂ ਨਹੀਂ ਲਵਾਈਆਂ ਕਦੇ, ਆਪ ਲਿਖ ਕੇ ਮੈਸੇਜ ਪਾਉਂਦੇ ਆ। ਆਪਰੇਟਰ ਸਾਡਾ ਕੰਮ ਕਰਦਾ ਸਾਡੇ ਕੋਲੇ। ਮੈਂ ਤੁਹਾਨੂੰ ਮਿਸਾਲ ਦਿੰਦਾ, ਇੱਕ ਸੀਨੀਅਰ ਮੈਨੇਜਰ ਨੇ ਪੰਜਾਬ ਨੈਸ਼ਨਲ ਬੈਂਕ ਤੋਂ ਸਰ ਅਮਰੀਕ ਸਿੰਘ ਖੱਟੜਾ, ਜਿਨ੍ਹਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ।
ਭਾਈ ਤੁਸੀਂ ਆਓ, ਅੱਜ ਮੈਂ ਦਫ਼ਤਰ ਬੈਠਾ। ਮੈਨੂੰ ਪੁੱਛਿਆ ਉਹਨਾਂ ਵੀ ਦਫ਼ਤਰ ਬੈਠਾ, ਦਫ਼ਤਰ ਬੈਠਾ, ਆ ਜਾਓ। ਉਹ ਆਪ ਖੁਦ ਆ ਕੇ ਉਹਨਾਂ ਨੇ ਪਹਿਲਾਂ ਸਾਡੇ ਛਾਣਬੀਣ ਕੀਤੀ, ਸਾਰੀ ਗੱਲ ਸਾਡੇ ਨਾਲ ਸਾਂਝੀ ਕੀਤੀ। ਆਪ ਖੁਦ ਉਹ ਸਭਾ ਦੇ ਮੈਂਬਰ ਸਾਡੇ ਕੋਲ ਬਣ ਕੇ ਗਏ ਨੇ, ਜਿਹੜੇ ਅੱਜ ਸੀਨੀਅਰ ਕੈਸ਼ੀਅਰ ਦਾ ਕੰਮ ਕਰ ਰਹੇ ਸਭਾ ਦੇ ਵਿੱਚ। ਪੜ੍ਹੇ ਲਿਖੇ ਨੇ, ਸੂਝਵਾਨ ਨੇ, ਰਿਸਪੈਕਟੇਬਲ ਨੇ, ਵਧੀਆ ਫੈਮਿਲੀ ਬਿਲੋਂਗ ਕਰਦੇ ਨੇ। ਇਹੋ ਜਿਹੇ ਬੰਦੇ ਦੀ ਸਾਨੂੰ ਲੋੜ ਹੈ। ਮੈਂ ਹੱਥ ਬੰਨ੍ਹ ਕੇ ਇਹ ਵੀ ਬੇਨਤੀ ਕਰਦਾ ਵੀ ਕੋਈ ਵੀ ਸਭਾ ਦਾ ਮੈਂਬਰ ਸਾਡੀ ਦਾ ਬਣ ਸਕਦਾ। ਅੱਛਾ, ਗੱਲ ਕਰਦੇ ਹਾਂ ਜੀ, ਜੇ ਹੁਣ ਕਈ ਵਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੁਛ ਇਹੋ ਜਿਹੀਆਂ ਸ਼ਖਸੀਅਤਾਂ ਬੈਠੀਆਂ ਨੇ ਜਿਹੜੀਆਂ ਸੋਚਦੀਆਂ ਨੇ ਵੀ ਜੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਭਲਾਈ ਵਾਲੇ ਕੋਈ ਇਨਸਾਨ ਕੰਮ ਕਰ ਰਿਹਾ, ਉਹਨੂੰ ਕੋਈ ਵੀ ਜਾਂ ਕੋਈ ਮਦਦ ਕਰਨੀ ਚਾਹੁੰਦਾ, ਤਾਂ ਕੋਈ ਤੁਹਾਡਾ ਸੰਪਰਕ ਨੰਬਰ ਜਿਹੜਾ ਹੈਗਾ ਤੁਸੀਂ ਚੈਨਲ ਦੇ ਮਾਧਿਅਮ ਨਾਲ ਸਾਂਝਾ ਕਰਨਾ ਚਾਹੁੰਦੇ ਹੋ? ਸਾਡੇ ਸੰਪਰਕ ਨੰਬਰ ਤਾਂ ਜਿੱਥੇ ਸਾਡੇ ਬੈਨਰ ਲੱਗਦੇ ਨੇ ਉਹਦੇ ਉੱਪਰ ਬੈਨਰਾਂ ਦੇ ਹਰ ਇੱਕ ਬੰਦੇ ਦਾ ਮੋਬਾਈਲ ਨੰਬਰ ਦਿੱਤਾ ਹੋਇਆ। ਇੱਕ ਵਾਰ ਬੋਲ ਕੇ ਦੱਸ ਦਿਓ ਕਿ ਨੰਬਰ। ਜਿਹੜਾ ਮੇਰਾ ਮੋਬਾਈਲ ਨੰਬਰ ਹੈ 88 722 01518। ਦੁਬਾਰਾ ਬੋਲਦਾ ਮੈਂ, 88 722 01518। ਇਹ ਮੇਰਾ ਸੰਪਰਕ ਨੰਬਰ ਹੈ। ਬਾਕੀ ਸਾਡੇ ਇਕੱਲੇ ਨੰਬਰ ਲਿਖੇ ਹੋਏ ਨੇ। ਜੇ ਕੋਈ ਸਾਂਝਾ ਕਰਨਾ ਚਾਹੁੰਦਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਮੈਂਬਰ ਬਣਨਾ ਚਾਹੁੰਦਾ ਹੋਵੇ ਤਾਂ ਸੰਪਰਕ ਕਰ ਸਕਦਾ ਹੈ। ਚੱਲਦੇ ਭੰਗੂ ਸਾਹਿਬ ਗੱਲ ਕਰਾਂਗੇ ਕਿ ਇੱਕ ਦੇਸ਼ ਤੇ ਸਮਾਜ ਨੂੰ ਜਾਂਦੇ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਤੇ ਆਪਣੀ ਸਭਾ ਵੱਲੋਂ? ਮੈਂ ਸੰਦੇਸ਼ ਇਹ ਦੇਣਾ ਚਾਹੁੰਦਾ ਵੀ ਹਰ ਨੂੰ ਚੰਗੇ ਕੰਮ ਕਰਕੇ ਹੀ ਰਾਤ ਨੂੰ ਨੀਂਦ ਆਉਂਦੀ। ਰਾਤ ਨੂੰ ਸੌਣ ਵੇਲੇ ਜੇ ਆਪਾਂ ਸੋਚਿਆ ਜਾਵੇ, ਸੋਚ ਕੇ ਦੇਖੀਏ ਵੀ ਅੱਜ ਕੀ ਕਰਮ ਕੀਤਾ, ਚੰਗਾ ਕੀਤਾ ਜਾਂ ਮਾੜਾ ਕੀਤਾ। ਮੇਰੀ ਗੱਲ ਇੱਕ ਯਾਦ ਆ ਗਈ। ਮੈਂ ਚੌਕੀ ਜਦ ਹੇਠੋਂ ਲੱਗਿਆ ਹੋਇਆ ਸੀ, ਪੁਲਿਸ ਤੇ ਕੰਨੇ ਦੀ ਚੌਕੀ ਆ। ਮੈਨੂੰ ਮੌਕਾ ਮਿਲਿਆ, ਮੈਂ ਪਟਿਆਲਾ ਸਾਈਡ ਤੇ ਗਿਆ। ਇੱਕ ਬੰਦੇ ਦੀ ਗ੍ਰਿਫਤਾਰੀ ਸੀ, ਬੰਦਾ ਨਹੀਂ ਮਿਲਿਆ। ਰਸਤੇ ਦੇ ਵਿੱਚ ਝੰਡਿਆਂ ਵਾਲੇ ਸੰਤਾਂ ਦਾ ਦੀਵਾਨ ਲੱਗਿਆ ਹੋਇਆ ਸੀ। ਮੇਰੇ ਟੀ-ਸ਼ਰਟ ਪਾਈ ਹੋਈ ਸੀ, ਵਰਦੀ ਮੇਰੀ ਵਿੱਚ ਗੱਡੀ ਦੇ ਨਾਲ ਸੀ, ਮੇਰਾ ਮੇਰੇ ਮੁਲਾਜ਼ਮ ਸੀ, ਕੱਲੀ ਸ਼ਰਟ ਲੰਮਦੀ ਸੀ। ਮੈਂ ਕਿਹਾ ਯਾਰ ਟਾਈਮ ਤਾਂ ਨਹੀਂ ਲੱਗਦਾ, ਦੀਵਾਨ ਸੁਣ ਚਲੀਏ। ਮੈਂ ਦੀਵਾਨ ਦੇ ਵਿੱਚ ਬੈਠ ਗਿਆ, ਜਾ ਕੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ। ਮੈਂ ਬੈਠ ਗਿਆ। ਉੱਥੇ ਉਹਨਾਂ ਨੇ ਇੱਕ ਕਹਾਣੀ ਸੁਣਾਈ ਵੀ ਇੱਕ ਕਾਪੀ ਲੈ ਲਓ, ਇੱਕ ਪੈਨ ਲੈ ਲਓ, ਉਹਦੇ ਪੇਜ ਦੇ 2 ਹਿੱਸੇ ਕਰ ਲਓ। ਇੱਕ ਪਾਸੇ ਲਿਖੋ ਸਵੇਰ ਤੋਂ ਸ਼ਾਮ ਤੱਕ ਦੇ ਚੰਗੇ ਕਰਮ, ਇੱਕ ਪਾਸੇ ਲਿਖੋ ਸਵੇਰ ਤੋਂ ਸ਼ਾਮ ਤੱਕ ਦੇ ਮਾੜੇ ਕਰਮ। ਉਹ ਮਾੜੇ ਕਰਮਾਂ ਵੱਲ ਥੋੜੀ ਪੈਨ ਪੈਨਸਲ ਨਾਲ ਜਿਹੜੀ 1 ਦਿਨ 2 ਦਿਨ 3 ਦਿਨ 4 ਦਿਨਾਂ ਬਾਅਦ ਨਹੀਂ ਜਾਊਗੀ। ਉਹ ਗੱਲ ਅੱਜ ਵੀ ਮੇਰੇ ਨਾਲ ਹੁੰਦੀ ਹੈ। ਮੇਰੇ ਮਨ ਨੂੰ ਸ਼ਾਂਤੀ ਹੈ ਜਦੋਂ ਮੈਂ ਕਿਸੇ ਦੁਖੀ ਧੀ ਨੂੰ ਉਹਦੇ ਘਰ ਉਹਦੇ ਬੱਚਿਆਂ ਸਮੇਤ ਤੋਰਦਾ ਤਾਂ ਮੈਨੂੰ ਤੇ ਮੇਰੀ ਸਭਾ ਦੇ ਅਹੁਦੇਦਾਰ ਮੈਂਬਰਾਂ ਨੂੰ ਬੜੀ ਸ਼ਾਂਤੀ ਮਿਲਦੀ। ਹਰ ਬੰਦੇ ਨੂੰ, ਤੁਹਾਡਾ ਕਹਿਣ ਦਾ ਮਤਲਬ ਹੈ ਹਰ ਬੰਦੇ ਨੂੰ ਇਹ ਚੀਜ਼ ਦਾ ਉਪਰਾਲਾ ਕਰਨਾ ਚਾਹੀਦਾ, ਹਰ ਇੱਕ ਦੀ ਮਦਦ ਕਰਨੀ ਚਾਹੀਦੀ ਹੈ। ਬਿਲਕੁਲ ਜੀ। ਜਦੋਂ ਸਾਡੇ ਦਫ਼ਤਰ ਦੇ ਅੰਦਰ ਕੋਈ ਆ ਜਾਂਦਾ ਹੈ, ਉਹ ਭੁੱਬਾਂ ਮਾਰ ਕੇ ਪਹਿਲਾਂ ਤਾਂ ਕਈ ਰੋਂਦੇ ਨੇ, ਧੀਆਂ ਰੋਂਦੀਆਂ ਨੇ, ਉਹਦੇ ਮਾਤਾ ਪਿਤਾ ਪੇਰੈਂਟਸ ਨਾਲ ਹੁੰਦੇ ਨੇ। ਉਹਨਾਂ ਨੂੰ ਕਹੀਦਾ ਵੀ ਸਾਡੀ ਬੱਚੀ ਹੈ, ਸਾਡੀ ਧੀ ਹੈ, ਸਾਡੀ ਭੈਣ ਹੈ। ਜਿੱਥੋਂ ਤੱਕ ਹੋ ਸਕਿਆ ਅਸੀਂ ਇਨਸਾਫ ਵੱਲ ਨੂੰ ਜਾਵਾਂਗੇ, ਪਰ ਸਾਡੇ ਕੋਲੇ ਬੇਨਤੀ ਆ ਵੀ ਝੂਠ ਲੈ ਕੇ ਨਾ ਬੁਲਾਓ। ਸੱਚ ਦੱਸਣਾ ਹੈ ਤਾਂ ਕਿ ਸਾਨੂੰ ਜਦੋਂ ਅਸੀਂ ਅਫਸਰ ਸਾਹਿਬਾਨਾਂ ਕੋਲ ਕਿਸੇ ਕੋਲ ਜਾਈਏ ਸਿਰ ਨਹੀਂ ਮੰਨਾ ਕਰਨਾ ਪਵੇ। ਮੜਕ ਨਾਲ ਨੌਕਰੀ ਕੀਤੀ ਹੈ ਤੇ ਸਾਡੇ 'ਚ ਮੜ ਕੇ ਹੀ ਰਹੇ। ਅਸੀਂ ਮਾਲਕ ਦਾ ਨਾਂ ਜਪੀਏ, ਚੰਗੇ ਕਰਮ ਕਰੀਏ। ਇਹ ਸਾਂਝੀ ਸਰਦਾਰ ਧਰਮ ਸਿੰਘ ਜੀ ਭੰਗੂ, ਜਿਹੜੇ ਕਿ ਪੰਜਾਬ ਪੁਲਿਸ ਦੇ ਰਿਟਾਇਰਡ ਸਬ ਇੰਸਪੈਕਟਰ ਨੇ, ਤੇ ਇਸ ਸਮੇਂ ਦੁਰਾਹਾ ਦੇ ਵਿੱਚ ਆਪਣੀ ਸਭਾ ਜਿਹੜੀ ਸਮਾਜ ਭਲਾਈ ਸਭਾ ਦੁਰਾਹਾ, ਜਿਹੜੀ ਕਿ ਰਜਿਸਟਰਡ ਹੈ, ਉਸ ਨੂੰ ਚਲਾ ਰਹੇ ਨੇ।
ਸਾਥੀਆਂ ਦਾ ਬਹੁਤ ਵਧੀਆ ਇਹਨਾਂ ਨੂੰ ਸਹਿਯੋਗ ਮਿਲ ਰਿਹਾ। ਕਾਫੀ ਲੰਬੇ ਸਮੇਂ ਤੋਂ ਸਾਡੀ ਇੱਕ ਕੋਸ਼ਿਸ਼ ਸੀ ਵੀ ਇਹਨਾਂ ਨੂੰ ਕੈਮਰੇ ਦੇ ਵਿੱਚ ਕੈਦ ਕੀਤਾ ਜਾਵੇ, ਕਿਉਂਕਿ ਇਹਨਾਂ ਦੇ ਕੰਮਾਂ ਨੂੰ ਅਸੀਂ ਕਾਫੀ ਲੰਬੇ ਸਮੇਂ ਤੋਂ ਬਾਚਦੇ ਆ ਰਹੇ ਹਾਂ। ਜਿਨ੍ਹਾਂ ਦੇ ਇਲਾਕੇ ਦੇ ਵਿੱਚ ਦੁਖੀਆਂ ਦਰਦਮੰਦਾਂ ਦੀ ਆਵਾਜ਼ ਬਣ ਕੇ ਸਾਹਮਣੇ ਆਏ ਨੇ। ਜੇ ਕਰੋਨਾ ਦੇ ਵਿੱਚ ਵੀ ਇਹਨਾਂ ਨੇ ਕਾਫੀ ਵੱਡਾ ਉਪਰਾਲਾ ਕੀਤਾ, ਜਿਹੜੇ ਲੋਕਾਂ ਨੂੰ ਘਰ ਘਰ ਜਾ ਕੇ ਜਿਹੜਾ ਰਾਸ਼ਨ ਪਹੁੰਚਾਇਆ। ਇਹਨਾਂ ਦੀ ਬਹੁਤ ਵੱਡੀ ਆ ਇਸ ਦੇਣ ਦੇ ਸਦਕਾ ਜਿਹੜੀ ਹੈਗੀ ਸਾਰੀ ਦੁਨੀਆ ਜਿਹੜੀ ਇਹਨਾਂ ਨੂੰ ਇੱਕ ਮਹਾਨ ਸਮਾਜ ਸੇਵੀ ਦੇ ਨਾਂ ਨਾਲ ਜਾਣਦੀ ਆ। ਜਿਸ ਤਰ੍ਹਾਂ ਕਰੋਨਾ ਮਹਾਮਾਰੀ ਦੇ ਵਿੱਚ ਭੰਗੂ ਸਾਹਿਬ ਵੱਲੋਂ ਇਹਨਾਂ ਦੀ ਸਭਾ ਵੱਲੋਂ ਵੀ ਉਹਨਾਂ ਮੁਲਾਜ਼ਮਾਂ ਦੀ ਜਿਹੜੇ ਕਰੋਨਾ ਮਹਾਮਾਰੀ ਦੇ ਵਿੱਚ ਆਪਣੀ ਜਾਨ ਜੋਖਮ ਤੇ ਲੈ ਕੇ ਮਨੁੱਖਤਾ ਦੀ ਭਲਾਈ ਵਾਸਤੇ ਕੰਮ ਕਰ ਰਹੇ ਸੀ, ਉਹਨਾਂ ਦੀ ਵੀ ਸੇਵਾ ਕੀਤੀ। ਉਹਨਾਂ ਨੂੰ ਫਰੂਟ ਵੰਡਿਆ ਗਿਆ ਤੇ ਜਿਨ੍ਹਾਂ ਲੋੜਵੰਦਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਸੀ, ਸਭਾ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਆ। ਦੁਬਾਰਾ ਫਿਰ ਤੁਹਾਡੇ ਨਾਲ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਫਿਰ ਰੂਬਰੂ ਹੋਵਾਂਗੇ। ਹੁਣ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ।